जिंदाबाद 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 साडा एका जिंदाबाद 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 किसान विरोधी सरकारां मुर्दाबाद 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 किसान विरोधी सरकारां मुर्दाबाद 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 ये सरकारां करदियां की हेरा फेरी 420। नमस्कार, मैं हैप्पी सिंह न्यूज़ ਵਿੱਚ ਤੁਹਾਡਾ ਸਵਾਗਤ ਕਰ ਰਹੀ ਹਾਂ। ਤਸਵੀਰਾਂ ਦਿਖਾ ਰਹੇ ਹਾਂ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਪੱਕਾ ਮੋਰਚਾ ਤੋਂ, ਜਿਵੇਂ ਕਿ ਅੱਜ ਆਈਜੀ ਦੀ ਕੋਠੀ ਦਾ ਘੇਰਾਵ ਸੀ। ਕਿਸਾਨ ਵੀਰਾਂ ਨੂੰ ਬਹੁਤ ਵੱਡੀ ਜਿੱਤ ਮਿਲੀ ਹੈ। ਇਸ ਤੋਂ ਇਲਾਵਾ ਸੰਯੁਕਤ ਮੋਰਚੇ ਦੀ ਕਾਲ ਸੀ 24 ਤਾਰੀਖ ਕਾਲਾ ਦਿਵਸ ਮਨਾਉਣਾ ਹੈ ਤੇ ਕੀ ਕਾਲੇ ਦਿਵਸ ਦੀ ਤਿਆਰੀ ਹੈ, ਕਿਸ ਤਰ੍ਹਾਂ ਇਹ ਕਾਲਾ ਜੋ ਦਿਵਸ ਹੈ ਉਹ ਮਨਾਇਆ ਜਾਵੇਗਾ, ਇਸ ਦੀ ਕੀ ਰੂਪਰੇਖਾ ਰਹੇਗੀ। ਗੱਲ ਕਰਵਾਉਂਦੇ ਹਾਂ ਲਖਵਿੰਦਰ ਔਲਖ ਜੀ ਦੇ ਨਾਲ ਤੇ ਜਾਣਦੇ ਹਾਂ ਅੱਗੇ ਦੀ ਪੂਰੀ ਪ੍ਰੋਗਰਾਮ ਦੀ ਕੀ ਰੂਪਰੇਖਾ। ਜੋ ਕਿ ਸੰਯੁਕਤ ਕਿਸਾਨ ਮੋਰਚਾ ਦਾ ਆਹਵਾਨ ਹੈ 26 ਤਰੀਕ ਨੂੰ ਸਾਡੇ ਦਿੱਲੀ ਦੇ ਧਰਨੇ ਨੂੰ 6 ਮਹੀਨੇ ਹੋ ਜਾਣਗੇ ਤੇ ਉਸ 6 ਮਹੀਨੇ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਮੋਦੀ ਦੇ 7 ਸਾਲ ਨੂੰ ਉਸ ਨੂੰ ਕਾਲਾ ਦਿਵਸ ਦੇ ਰੂਪ ਮਨਾਉਣਾ ਹੈ, ਕਿਉਂਕਿ ਜਦੋਂ ਦਾ ਮੋਦੀ ਆਇਆ ਉਦੋਂ ਦਾ ਵੀ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਹਾਹਾਕਾਰ ਮੱਚੀ ਹੋਈ। ਹਰ ਵਰਗ, ਚਾਹੇ ਕੋਈ ਕਿਸਾਨ ਹੈ, ਮਜ਼ਦੂਰ ਹੈ, ਵਪਾਰੀ ਹੈ, ਕਰਮਚਾਰੀ ਹੈ, ਕੋਈ ਵੀ ਵਰਗ ਇਸ ਦੇਸ਼ ਦੇ ਵਿੱਚ ਸੁਖੀ ਨਹੀਂ ਹੈ। ਉਸ ਨੂੰ ਵੀ ਕਾਲਾ ਦਿਵਸ, ਉਸ 7 ਸਾਲਾਂ ਨੂੰ ਵੀ ਕਾਲਾ ਦਿਵਸ ਦੇ ਰੂਪ ਮਨਾਇਆ ਜਾਣਾ ਹੈ। ਤੇ ਜਿਹੜੇ ਅਸੀਂ ਦਿੱਲੀ ਦੀ ਬਰੂਹਾਂ ਦੇ ਉੱਪਰ ਸਾਡੇ ਪੂਰੇ ਭਾਰਤ ਵਰਸ਼ ਤੋਂ ਕਿਸਾਨ ਆ ਕੇ ਬੈਠੇ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਦੇ ਕੋਈ ਸਾਡੇ 450 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ, ਉਹਨਾਂ ਦੇ ਉੱਪਰ ਪੂਰੀ ਸਰਕਾਰ ਨੇ ਇੱਕ ਸ਼ਬਦ ਵੀ ਨਹੀਂ ਕਦੀ ਕਹੀ। ਤੇ ਉਸ ਕਰਕੇ ਅਸੀਂ ਪੂਰੇ ਦਾ ਪੂਰਾ 26 ਜੋ ਆਉਣ ਵਾਲੀ 26 ਤਰੀਕ ਹੈ 26 ਮਈ ਨੂੰ ਕਾਲੇ ਦਿਵਸ ਦੇ ਰੂਪ ਮਨਾਉਣੇ ਆ। ਹਰ ਸਾਡੇ ਸਾਧਨ ਤੇ, ਸਾਡੇ ਘਰਾਂ ਦੇ, ਸਾਡੇ ਵਿਵਸਾਇਆਂ ਦੇ ਉੱਪਰ, ਸਾਡੇ ਸਾਧਨਾਂ ਦੇ ਉੱਪਰ ਹਰ ਜਗ੍ਹਾ ਕਾਲੇ ਝੰਡੇ ਲਗਾ ਕੇ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਕਾਲਾ ਦਿਵਸ ਮਨਾਉਣਾ ਤੇ ਮੋਦੀ ਦੇ ਪੁਤਲੇ ਫੂਕਣੇ। ਜਗ੍ਹਾ ਜਗ੍ਹਾ ਤੇ ਸਾਡੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਮੋਦੀ ਦੇ ਪੁਤਲੇ ਫੂਕਣੇ ਆ। ਉਸੇ ਦੇ ਮੱਦੇਨਜ਼ਰ ਇਹ ਸਾਡਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਟੇਡੀਅਮ ਪੱਕਾ ਮੋਰਚਾ ਇੱਥੇ ਪਰਸੋਂ 26 ਤਰੀਕ ਨੂੰ 10 ਵਜੇ ਇਕੱਠੇ ਹੋ ਕੇ ਤੇ ਇੱਥੋਂ ਚੱਲ ਕੇ ਦੁਸ਼ਯੰਤ ਚੌਟਾਲਾ ਜੋ ਡਿਪਟੀ ਸੀਐਮ ਹੈ ਉਹਦੇ ਘਰ ਦੇ ਸਾਹਮਣੇ ਮੋਦੀ ਦਾ ਪੁਤਲਾ ਫੂਕਿਆ ਜਾਣਾ ਤੇ ਉਸ ਕਰਕੇ ਸਾਰੇ ਹੀ ਅਸੀਂ ਕਿਸਾਨ ਤੇ ਕਿਸਾਨੀ ਨਾਲ ਜੁੜੇ ਹੋਏ ਲੋਕਾਂ ਨੂੰ, ਕਿਸਾਨ ਮਜ਼ਦੂਰ ਵੀਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਖਿਆ 'ਚ ਇੱਥੇ ਪਹੁੰਚਣ ਦੀ ਅਪੀਲ ਕਰਦੇ ਹਾਂ ਵੀ ਆਉਣ ਵਾਲੀ 26 ਮਈ ਪਰਸੋਂ ਸਾਰੇ ਸਾਡੇ ਕਿਸਾਨ ਤੇ ਮਜ਼ਦੂਰ ਸਾਥੀ ਸਵੇਰੇ 10 ਵਜੇ ਪੱਕਾ ਮੋਰਚਾ ਸ਼ਹੀਦ ਭਗਤ ਸਿੰਘ ਸਟੇਡੀਅਮ ਸਰਸਾ ਪਹੁੰਚੋ। ਇੱਥੋਂ ਚੱਲ ਕੇ ਤੇ ਦੁਸ਼ਯੰਤ ਚੌਟਾਲੇ ਦੀ ਕੋਠੀ ਦੇ ਅੱਗੇ ਮੋਦੀ ਦਾ ਤੇ ਦੁਸ਼ਯੰਤ ਦਾ ਪੁਤਲਾ ਫੂਕਣਾ ਹੈ। ਇਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਦੇ, ਕਿਉਂਕਿ ਸਾਡੇ ਕਿਸਾਨ ਜੋ ਸਾਡੀਆਂ ਮਾਤਾਵਾਂ, ਭੈਣਾਂ, ਬਜ਼ੁਰਗ, ਬੱਚੇ ਇੰਨੇ 6 ਮਹੀਨੇ ਹੋ ਗਏ ਦਿੱਲੀ ਦੀ ਬਰੂਹਾਂ ਤੇ ਬੈਠੇ ਹੈ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ। ਸਰਕਾਰ ਜੋ ਆਪਣਾ ਅੜੀਅਲ ਰਵੱਈਆ ਅਪਣਾਈ ਬੈਠੀ ਹੈ ਉਹਦੇ ਵਿਰੋਧ ਵਿੱਚ ਇਹ ਅਸੀਂ ਕਰਨ ਜਾ ਰਹੇ ਹਾਂ। ਅੱਜ ਆਈਜੀ ਦੀ ਕੋਠੀ ਦਾ ਘੇਰਾਵ ਸੀ, ਕਿਸਾਨਾਂ ਦੀ ਬਹੁਤ ਵੱਡੀ ਜਿੱਤ ਮਿਲੀ ਹੈ। ਅੱਜ ਇੱਕ ਕਿਸਾਨ ਵੀਰ ਵੀ ਸ਼ਹੀਦ ਹੋਏ ਆ ਜਿਨ੍ਹਾਂ ਦੇ ਬੇਟੇ ਨੂੰ ਅੱਜ ਨੌਕਰੀ ਵੀ ਮਿਲੀ ਹੈ, ਉਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਸਾਡੇ ਕਿਸਾਨਾਂ ਦੀ ਏਕੇ ਦੀ ਜਿੱਤ ਤੇ ਸਰਕਾਰ ਦੀ ਨਾਕਾਮੀ ਦੀ ਹਾਰ ਹੋਈ ਹੈ, ਕਿਉਂਕਿ ਸਾਡਾ ਏਕਾ ਪੂਰੇ ਹਰਿਆਣਾ ਦਾ, ਅਜੇ ਤਾਂ ਪੂਰਾ ਹਰਿਆਣਾ ਆਇਆ ਹੀ ਨਹੀਂ ਸੀ। ਇਹ ਜਿਹੜੇ ਹਿਸਾਰ ਕਮਿਸ਼ਨਰੀ ਹੈ ਉੱਥੋਂ ਦੇ ਲੋਕ ਤੇ ਸਾਡਾ ਨਾਲ ਲੱਗਦਾ ਸਾਡਾ ਵੱਡਾ ਭਰਾ ਪੰਜਾਬ ਦੇ ਥੋੜ੍ਹੇ ਜਿਹੇ ਏਰੀਏ ਤੋਂ ਸਾਡੇ ਕਿਸਾਨ ਸਾਥੀ ਆਏ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਿਸਾਰ ਦੇ ਕ੍ਰਾਂਤੀਮਾਨ ਪਾਰਕ ਦੇ ਵਿੱਚ ਤੇ ਕੋਈ ਐਸੀ ਸੜਕ ਨਹੀਂ ਸੀ ਜਿੱਥੇ ਕਿਸਾਨ ਨਜ਼ਰ ਨਾ ਆਉਂਦੇ ਹੋਣ। ਪੂਰੇ ਹਿਸਾਰ ਦੇ ਵਿੱਚ ਤੁਸੀਂ ਵੀ ਗਏ ਸੀ, ਦੇਖਿਆ ਹੋਊਗਾ, ਪੂਰੇ ਹਿਸਾਰ ਦੇ ਵਿੱਚ ਕਿਸਾਨ ਹੀ ਕਿਸਾਨ ਨਜ਼ਰ ਆ ਰਹੇ ਸੀ ਤੇ ਉਹ ਸਾਡੀ ਕਿਸਾਨੀ ਦੀ, ਸਾਡੇ ਏਕੇ ਦੀ ਜਿੱਤ ਆ। ਕਿਉਂਕਿ ਸਰਕਾਰ ਨੇ ਜੋ 16 ਤਰੀਕ ਨੂੰ ਲਾਠੀ ਚਾਰਜ ਹੋਈ ਸੀ ਉਸ ਤੇ ਜਿਹੜਾ ਸਾਡੀ 11 ਮੈਂਬਰੀ ਕਮੇਟੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਤੇ ਸਾਡੀ ਖਾਪ ਪੰਚਾਇਤਾਂ ਦੇ ਕੁਝ ਮੈਂਬਰ ਸਾਹਿਬਾਨ ਨੇ ਜਾ ਕੇ ਜੋ ਵੀ ਕਿਸੇ ਕਿਸਾਨ ਤੇ ਕੋਈ ਪਰਚਾ ਨਹੀਂ ਹੋਊਗਾ, ਜਿਹੜੇ ਕਿਸਾਨ ਸਾਡੇ ਗ੍ਰਿਫਤਾਰ ਸੀ ਉਹਨਾਂ ਨੂੰ ਰਿਹਾ ਕਰਤਾ ਸੀ। ਉਸ ਤੋਂ ਬਾਅਦ ਸਰਕਾਰ ਦੇ ਦਬਾਅ ਦੇ ਵਿੱਚ ਪ੍ਰਸ਼ਾਸਨ ਨੇ ਵਾਅਦਾ ਖਿਲਾਫੀ ਕਰਦੇ ਹੋਏ ਬਹੁਤ ਵੱਡੀਆਂ ਧਾਰਾਵਾਂ 307 ਵਰਗੀਆਂ ਧਾਰਾਵਾਂ ਲਾ ਕੇ ਉਹ ਪਰਚਾ ਕੀਤਾ ਸੀ ਤੇ ਉਸ ਦੇ ਵਿਰੋਧ 'ਚ ਅੱਜ 24 ਤਰੀਕ ਨੂੰ ਜੋ ਸਾਡਾ ਇਕੱਠ ਸੀ ਉਸ ਦੇ ਮੱਦੇਨਜ਼ਰ ਉੱਥੇ ਸਾਡੇ ਪੂਰੇ ਲੀਡਰ ਸਾਹਿਬਾਨ, ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਵੱਡੇ ਸਾਡੇ ਲੀਡਰ ਸਾਹਿਬਾਨ, ਬਰਬੀਲ ਸਿੰਘ ਜੀ ਰਾਜੇਵਾਲ, ਜਗਜੀਤ ਸਿੰਘ ਜੀ ਡੱਲੇਵਾਲ, ਰਕੇਸ਼ ਟਕੈਤ ਜੀ, ਗੁਰਨਾਮ ਸਿੰਘ ਜੀ ਚੰਦਰੂਣੀ ਤੇ ਹੋਰ ਸਾਰੇ, ਅਮਨਿਊ ਪਹਾੜ ਜੀ, ਪੂਰੇ ਸਾਡੇ ਹਰਿਆਣਾ ਦਾ ਸੰਯੁਕਤ ਮੋਰਚਾ ਤੇ ਪੂਰੀਆਂ ਖਾਪ ਸਰਦਾਰੀ ਸਾਡੀ ਉਹ ਸਾਰੀ ਉੱਥੇ ਸੀ। ਤੇ ਉੱਥੇ ਜਦੋਂ ਸਰਕਾਰ ਨੇ ਦੇਖਿਆ ਵੀ ਕਿਸਾਨ ਇਕੱਠੇ ਹੋ ਰਿਹਾ ਤੇ ਸਰਕਾਰ ਨੂੰ ਝੁਕਣਾ ਪਿਆ ਤੇ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਤੇ ਜੋ ਸਾਡਾ ਅੱਜ ਕਿਸਾਨ ਸ਼ਹੀਦ ਹੋਇਆ ਸੀ ਉਸ ਦੇ ਪਰਿਵਾਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ, ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਊਗੀ ਜੋ ਵੀ ਉਹਦੀ ਯੋਗਤਾ ਦੇ ਆਧਾਰ ਤੇ, ਉਹ ਵੀ ਉਹਨਾਂ ਨੇ ਸ਼ਰਤ ਮੰਨੀ ਆ। ਇਸ ਕਰਕੇ ਸਾਡੀ ਕਿਸਾਨਾਂ ਦੀ ਜਿਹੜੀ ਪਹਿਲੀ ਜਿੱਤ ਆ ਤੇ ਅੱਗੇ ਵੀ ਜਿਹੜੀ ਅਸੀਂ 3 ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜ ਰਹੇ ਹਾਂ, MSP ਗਰੰਟੀ ਕਾਨੂੰਨ ਬਣਾਉਣ ਦੀ ਲੜਾਈ ਲੜ ਰਹੇ ਹਾਂ, ਇਸ ਤਰ੍ਹਾਂ ਵੀ ਸਾਡੇ ਏਕੇ ਦੇ ਨਾਲ ਉਹ ਵੀ ਜਿੱਤ ਅਸੀਂ ਜ਼ਰੂਰ ਜਿੱਤਾਂਗੇ।
12:30 ਵਜੇ ਐਸਡੀਐਮ ਸਾਹਿਬ ਕ੍ਰਾਂਤੀਕਾਰੀ ਪਾਰਕ ਦੇ ਵਿੱਚ ਪਹੁੰਚ ਚੁੱਕੇ ਸਨ, ਲੇਕਿਨ ਜੋ ਮੀਟਿੰਗ ਦਾ ਫੈਸਲਾ ਸੀ, ਜੋ ਪੰਚਾਇਤਾਂ ਦਾ ਫੈਸਲਾ ਸੀ, ਉਹ 6:13 ਤੇ ਆਇਆ। ਇੰਨਾ ਲੰਬਾ ਸਮਾਂ ਕਿਉਂ ਲੱਗਿਆ? ਆਖਿਰ ਉਸ ਮੀਟਿੰਗ ਦੇ ਦੌਰਾਨ ਕੀ ਚਰਚਾਵਾਂ ਸਨ? ਉਹ ਦੌਰਾਨ ਜਿਹੜੇ ਵੀ ਉੱਥੇ ਪਹਿਲਾਂ ਡੀਸੀ ਸਾਹਿਬ ਨਾਲ ਗੱਲ ਹੋਈ, ਉਦੋਂ ਬਾਅਦ ਕਮਿਸ਼ਨਰ ਨਾਲ ਗੱਲ ਹੋਈ, ਜਿਹੜੀ ਵੀ ਗੱਲ ਕਰਦੇ ਸੀ ਉਹ ਆਪਣੇ ਆਕਾ ਨੂੰ ਸੀਐਮ ਖੱਟਰ ਤੱਕ ਪੁੱਛ ਕੇ ਜਵਾਬ ਦਿੰਦੇ ਸੀ। ਇਸ ਕਰਕੇ ਪੂਰੀ ਦੀ ਪੂਰੀ ਹਰਿਆਣਾ ਦੀ ਸਰਕਾਰ, ਪੂਰਾ ਹਰਿਆਣਾ ਦਾ ਪ੍ਰਸ਼ਾਸਨ ਅੱਜ ਹਿਸਾਰ ਤੇ ਨਿਗਾਹ ਸੀ ਉਹਨਾਂ ਦੀ। ਉਹਨਾਂ ਨੇ ਪੂਰੇ ਪ੍ਰਸ਼ਾਸਨ ਨੇ ਪੂਰੇ ਸਰਕਾਰ ਦੇ ਨਾਲ ਤਾਲਮੇਲ ਕਰਕੇ ਫੈਸਲਾ ਦਿੱਤਾ, ਕਿਉਂਕਿ ਬਹੁਤ ਵੱਡਾ ਫੈਸਲਾ ਹੈ। ਜਦੋਂ 307 ਵਰਗੇ ਕੇਸ ਵਾਪਸ ਲੈਣੇ ਆ, ਕੋਈ ਛੋਟੀ ਜਿੱਤ ਨਹੀਂ ਹੈ, ਕਿਉਂਕਿ ਅਸੀਂ ਆਪਣੇ ਹੱਕ ਤੇ ਸੱਚ ਦੀ ਲੜਾਈ ਲੜਨ ਗਏ ਸੀ। ਸਾਡੇ ਤੇ ਲਾਠੀਆਂ ਵੀ ਬਰਸਾਈਆਂ ਤੇ ਸਾਡੇ ਤੇ ਕੇਸ ਵੀ ਕੀਤੇ। ਅਸੀਂ ਬੇਗੁਨਾਹ ਸੀ, ਸਾਡੀ ਸੱਚਾਈ ਸੀ, ਉਹ ਸਾਡੀ ਸੱਚਾਈ ਦੀ ਜਿੱਤ ਹੋਈ ਹੈ ਤੇ ਸਰਕਾਰ ਦੀ ਨਾਕਾਮੀ ਦੀ ਹਾਰ ਹੋਈ। ਹਾਂ, ਇਸ ਦੇ ਨਾਲ ਇੱਕ ਅਹਿਮ ਸਵਾਲ, ਕੱਲ੍ਹ ਹਿਸਾਰ ਨੂੰ ਇੱਕ ਛਾਵਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਪੈਰਾਮਿਲਟਰੀ ਫੋਰਸ ਆ ਚੁੱਕੀ ਸੀ, ਲੇਕਿਨ ਜੋ ਅੱਜ ਸਵੇਰ ਦੇ ਹਾਲਾਤ ਸਨ ਉਹ ਉਸ ਤੋਂ ਅਲੱਗ ਸਨ। ਇੱਕੋ ਦਮ ਜੋ ਟੁਕੜੀਆਂ ਸਨ ਉਹਨਾਂ ਨੂੰ ਸਿਵਲ ਲਾਈਨ ਦੇ ਅੰਦਰ ਬਿਠਾ ਦਿੱਤਾ ਗਿਆ ਸੀ। ਕੀ ਰੀਜ਼ਨ ਹੈ ਕਿ ਜੋ ਪੈਰਾਮਿਲਟਰੀ ਫੋਰਸ ਹੈ ਉਸ ਨੂੰ ਹਟਾਇਆ ਗਿਆ? ਦੇਖੋ, ਸਰਕਾਰ ਜੋ ਵੀ ਕਿਸਾਨ ਅੰਦੋਲਨ ਨੂੰ ਦਬਾਉਣ ਦੇ ਲਈ ਚਾਲਾਂ ਚੱਲਦੀ, ਉਹਦੇ ਫਿਰ ਉਲਟੀਆਂ ਪੈਂਦੀਆਂ। ਜੋ ਵੀ ਇਹਨਾਂ ਨੇ ਚਾਲ ਚੱਲੀ, ਚਾਹੇ ਕਿਸੇ ਵੀ ਤਰ੍ਹਾਂ ਦੀ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਚਾਲ ਕੀਤੀ, ਉਦੋਂ ਅੰਦੋਲਨ ਹੋਰ ਜ਼ਿਆਦਾ ਵਧਿਆ। ਉਹਨਾਂ ਨੂੰ ਪਤਾ ਸੀ ਅਗਰ ਅਸੀਂ ਕਿਸਾਨਾਂ ਨੂੰ ਰੋਕਾਂਗੇ, ਇਹ ਤਾਂ ਸਿਰਫ ਇੱਕ ਕਮਿਸ਼ਨਰੀ ਦੇ ਨੇ, ਕਿਉਂਕਿ ਸਾਡਾ ਸਿਰਫ ਹਿਸਾਰ, ਸਰਸਾ, ਫਤਿਆਬਾਦ ਤੇ ਥੋੜ੍ਹਾ ਜਿਹਾ ਏਰੀਆ ਭਿਵਾਨੀ ਦਾ, ਇੰਨੇ ਹੀ ਸਾਡੇ ਕਿਸਾਨ ਸੀ ਜਿਹੜੇ ਆਏ ਸੀ। ਅਗਰ ਇਹ ਪਤਾ ਲੱਗ ਜਾਂਦਾ ਵੀ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ, ਪੂਰਾ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਕਿਸਾਨ ਹਿਸਾਰ 'ਚ ਲੱਖਾਂ ਦੀ ਗਿਣਤੀ 'ਚ ਪਹੁੰਚ ਜਾਂਦੇ। ਉਹ ਸਰਕਾਰ ਨੂੰ ਪਤਾ ਸੀ। ਸਰਕਾਰ ਨੇ ਡਰਦੇ ਹੋਏ ਉਹ ਫੈਸਲਾ ਵਾਪਸ ਲਿਆ ਤੇ ਜੋ ਪੈਰਾਮਿਲਟਰੀ ਫੋਰਸ ਸੀ ਉਹਨੂੰ ਬੈਕ ਕਰਕੇ ਤੇ ਸਾਡੇ ਕਿਸਾਨਾਂ ਨੂੰ ਉੱਥੇ ਜਾਣ ਦਿੱਤਾ, ਜਿਹੜਾ ਕਿਉਂਕਿ ਕਿਸਾਨ ਸ਼ਾਂਤ ਸੀ, ਸ਼ਾਂਤ ਹੈ ਤਾਂ ਸ਼ਾਂਤ ਰਹੂਗਾ। ਇਹ ਸਾਡੀ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਲੜਨਾ ਹੈ। ਇਸ ਕਰਕੇ ਉਹ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਇਹ ਉਲਟੀ ਪਊਗੀ ਗੇਮ, ਫਿਰ ਉਹਨਾਂ ਨੇ ਆਪ ਹੀ ਸਰਕਾਰ ਨੂੰ ਮੋਚੀ ਦੇਖਣੀ ਪਈ ਵੀ ਪਹਿਲਾਂ ਪੈਰਾਮਿਲਟਰੀ ਫੋਰਸ ਲਾਈ, ਕੰਡੇਲੀਆਂ ਤਾਰਾਂ ਲਾਈਆਂ, ਉਹ ਫਿਰ ਉਹਨਾਂ ਨੂੰ ਹਟਾਉਣੀਆਂ ਪਈਆਂ। ਜਿਵੇਂ ਕਿ ਪ੍ਰੋਟੈਸਟ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ, ਵਿੱਚ ਕੋਵਿਡ ਦੇ ਦੌਰਾਨ ਅੰਦੋਲਨ ਠੰਡਾ ਪੈ ਗਿਆ। ਜੋ ਅੱਜ ਦਾ ਜੋਸ਼, ਜੋ ਅੱਜ ਦਾ ਭਰਮਾ ਹੁੰਗਾਰਾ ਮਿਲਿਆ, ਇਸ ਤੋਂ ਲੱਗਦਾ ਹੈ ਕਿ ਟਿੱਕਰੀ ਬਾਰਡਰ ਤੇ ਪਹਿਲਾਂ ਵਰਗੀਆਂ ਰੌਣਕਾਂ ਤੇ ਪਹਿਲਾਂ ਵਰਗਾ ਜੋ ਕਹਿਰਾਵ ਹੈ, ਉਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ। ਮੈਂ ਤੁਹਾਨੂੰ ਪਹਿਲੇ ਵੀ ਇਹ ਗੱਲ ਕਹੀ ਹੈ ਵੀ ਜਦੋਂ ਸਰਕਾਰ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਅੰਦੋਲਨ ਹੋਰ ਉੱਭਰਦਾ ਹੈ, ਉੱਪਰ ਉੱਠਦਾ ਹੈ। ਤੇ ਇਹਨਾਂ ਨੇ ਅੰਦੋਲਨ ਦਬਾਉਣ ਵਾਸਤੇ ਸਾਡੇ ਤੇ ਲਾਠੀ ਚਾਰਜ ਕੀਤਾ ਸੀ। ਉਹ ਲਾਠੀ ਚਾਰਜ ਸਾਨੂੰ ਚਾਰਜ ਕਰ ਗਿਆ, ਪੂਰੀ ਕਿਸਾਨ ਤੇ ਮਜ਼ਦੂਰਾਂ ਨੂੰ, ਪੂਰਿਆਂ ਨੂੰ, ਸਾਡੇ ਸਾਥੀਆਂ ਨੂੰ ਚਾਰਜ ਕਰ ਗਿਆ। ਉਹ ਚਾਰਜ ਹੈ ਜਿਹੜਾ ਉਹ ਦਿੱਲੀ ਦੀ ਬਰੂਹਾਂ ਤੇ ਜਾਊਗਾ, ਤਾਕਤ ਹੈ ਜਿਹੜੀ ਦਿੱਲੀ ਦੇ ਬਾਰਡਰਾਂ ਨੂੰ ਮਿਲੂਗੀ ਤੇ ਤਿੰਨੋਂ ਕਾਲੇ ਕਾਨੂੰਨ ਦੇ ਖਿਲਾਫ ਜੋ ਲੜਾਈ ਹੈ ਉਹ ਹੋਰ ਤੇਜ਼ ਹੈ। खालसा डिज़ाइनिंग स्टूडियो। खालसा डिज़ाइनिंग स्टूडियो एक सभ्याचार की जीती जागती मिसाल। यहाँ पर आपको मिलेगा वाइट फैब्रिक, प्योर चुनून, करेब, पाडा सिल्क, जॉर्जेट, सेमी जॉर्जेट, टसर सिल्क। इसके अलावा हर तरह के दुपट्टे जैसे फुलकारी, बाग, स्टॉल, सिंपल दुपट्टे, बंधेज के दुपट्टे। इसके अलावा खालसा डिज़ाइनिंग स्टूडियो पर हर तरह का हैंडवर्क, थ्रेडवर्क, ब्लॉक पेंट, स्क्रीन पेंट। इसके अलावा खालसा डिज़ाइनिंग स्टूडियो पर हर तरह के ड्रेस ऑर्डर पर तैयार होते हैं। जी हाँ, जैसे गाउन, ब्लाउज, लहंगा, चोली आदि। तो पता है बेसमेंट CSF 21 नियर 7 Days शॉप, अजय विहार, हुडा सेक्टर 20, सिरसा, हरियाणा। संपर्क करें इस नंबर पर 7206163144। दूसरा नंबर है 7082770144।